राजे जिहड़ा एक्सपीरियंशियल लर्निंग अपने कोल सबजैक्ट हैगा गा ਆਪਾਂ ਲਾਸਟ ਲੈਕਚਰ ਦੇ ਵਿੱਚ ਉਹਦੇ ਵਿੱਚ ਜਿਹੜਾ ਟੌਪਿਕ ਆਪਾਂ ਡਿਸਕਸ ਕਰ ਰਹੇ ਸੀਗੇ ਨਈ ਤਾਲੀਮ ਦੀਆਂ ਜਿਹੜੀਆਂ ਸਿੱਖਿਆ ਨਾਲ ਸੰਬੰਧੀ ਜੋ ਆਪਾਂ ਡਿਸਕਸ ਕੀਤਾ ਅੱਜ ਆਪਾਂ ਕੀ ਕਰਨਾ ਹੈਗਾ ਉਸ ਦੀਆਂ ਖਾਮੀਆਂ ਨੂੰ ਜਾਂ ਉਸ ਦੀਆਂ ਤਰੁੱਟੀਆਂ ਨੂੰ ਜਿਹਨੂੰ ਆਪਾਂ ਕਹਿ ਸਕਦੇ ਹਾਂ ਜੀ ਇੰਗਲਿਸ਼ ਦੇ ਵਿੱਚ ਜਦੋਂ ਆਪਾਂ ਇਸ ਨੂੰ ਕਨਵਰਟ ਕਰਾਂਗੇ ਤਾਂ ਉਹਦੇ ਵਿੱਚ ਆਪਾਂ ਇਸ ਗੱਲ ਨੂੰ ਜ਼ਾਹਿਰ ਕਰਦੇ ਹਾਂ ਕਿ ਜਿਹੜੀ ਸਾਡੇ ਕੋਲ ਨਈ ਤਾਲੀਮ ਦੀ ਐਜੂਕੇਸ਼ਨ ਜਿਹੜੀ ਹੈਗੀ ਹੈ ਉਹ ਕੀ ਹੈਗੀ ਹੈ ਇੱਕ ਉਹਦੀਆਂ ਡੀਮੈਰਿਟਸ ਵੀ ਹਨ ਜਿੱਥੇ ਮੰਨ ਲਓ ਇੱਕ ਜਗ੍ਹਾ ਦੇ ਉੱਪਰ ਜਾ ਕੇ ਆਪਾਂ ਜਦੋਂ ਦੇਖਦੇ ਹਾਂ ਵੀ ਕਿਸੇ ਐਜੂਕੇਸ਼ਨ ਦੀ ਫਾਰਮੇਸ਼ਨ ਨੂੰ ਜਦੋਂ ਆਪਾਂ ਦੇਖਦੇ ਹਾਂ ਪਾਲਿਸੀ ਨੂੰ ਆਪਾਂ ਜਦੋਂ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਸਾਨੂੰ ਇਹ ਵੇਖਣ ਨੂੰ ਮਿਲਦਾ ਹੁੰਦਾ ਉਸ ਦੇ ਲਾਭ ਬਹੁਤ ਜ਼ਿਆਦਾ ਹੁੰਦੇ ਹਨ ਔਰ ਕਮੀਆਂ ਬਹੁਤ ਘੱਟ ਹੁੰਦੀਆਂ ਹਨ ਤਾਂ ਐਜੂਕੇਸ਼ਨ ਪਾਲਿਸੀਜ਼ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕਮਿਸ਼ਨ ਨਿਯੁਕਤ ਹੋਏ ਇਹ ਆਪਾਂ ਇਤਿਹਾਸ ਦੇ ਵਿੱਚ ਆਪਾਂ ਵੱਖ-ਵੱਖ ਸਮੇਂ ਦੇ ਦੌਰਾਨ ਆਪਾਂ ਦੇਖਿਆ ਵੀ ਸਾਡੀਆਂ ਐਜੂਕੇਸ਼ਨ ਦੇ ਵਿੱਚ ਪਾਲਿਸੀ ਦੇ ਵਿੱਚ ਕੀ ਨਵੀਆਂ ਜਿਹੜੀਆਂ ਹੈਗੀਆਂ ਨੇ ਤਕਨੀਕਾਂ ਨੂੰ ਸ਼ਾਮਲ ਕੀਤਾ ਗਿਆ ਔਰ ਜੇਕਰ ਆਪਾਂ ਟੌਪਿਕ ਸੀਗਾ ਜੀ ਆਪਣੇ ਕੋਲੇ ਐਕਸਪੀਰੀਐਂਸ਼ੀਅਲ ਸਬਜੈਕਟ ਦੇ ਵਿੱਚ ਨਈ ਤਾਲੀਮ ਦੀਆਂ ਖਾਮੀਆਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਡੀਮੈਰਿਟਸ ਹਨ ਜਾਂ ਆਪਾਂ ਕਹਿ ਦਿੰਦੇ ਹਾਂ ਕਿ ਇਹ ਉਹਨਾਂ ਦੀਆਂ ਇੱਕ ਡੀਮੈਰਿਟਸ ਦੇ ਨਾਲ ਆਪਾਂ ਕਹਿੰਦੇ ਡਰਾਬੈਕਸ ਵੀ ਹਨ ਹੁਣ ਡੀਮੈਰਿਟਸ ਐਂਡ ਡਰਾਬੈਕਸ ਕੀ ਹੈਗੇ ਨੇ ਤਾਂ ਇੱਕ ਟੌਪਿਕ ਸਾਡੇ ਕੋਲ ਨਈ ਤਾਲੀਮ ਦੀਆਂ ਖਾਮੀਆਂ ਸਭ ਤੋਂ ਪਹਿਲਾਂ ਮੈਂ ਡਿਸਕਸ ਕਰਨਾ ਚਾਹੂੰਗਾ ਇੰਟਰੋਡਕਸ਼ਨ ਦੇ ਵਿੱਚ ਇੰਟਰੋਡਕਸ਼ਨ ਜਿਹੜੀ ਇਸ ਦੀ ਹੈਗੀ ਹੈ ਜੀ ਉਹ ਨਈ ਤਾਲੀਮ ਦੀ ਜਿਹੜੀ ਸਿੱਖਿਆ ਦੀਆਂ ਖਾਮੀਆਂ ਹਨ ਉਹਨਾਂ ਨੂੰ ਆਪਾਂ ਡਿਸਕਸ ਕਰਨਾ ਹੋਊਗਾ ਤਾਂ ਇਹਦੇ ਵਿੱਚ ਆਪਾਂ ਆਪ ਦੀ ਜਿਹੜੀ ਸ਼ਬਦਾਵਲੀ ਹੈਗੀ ਆਪਾਂ ਇੱਥੇ ਲਿਖ ਸਕਦੇ ਆ ਕਿ ਜਿਹੜੀ ਨਈ ਤਾਲੀਮ ਹੈਗੀ ਹੈ ਇਸ ਨੂੰ ਬੇਸਿਕ ਸਿੱਖਿਆ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਜਿਸ ਨੂੰ ਗਾਂਧੀ ਜੀ ਨੇ ਇੱਕ ਸਿੱਖਿਆ ਦੇ ਵਿੱਚ ਇਸ ਨੂੰ ਸ਼ਾਮਿਲ ਕੀਤਾ ਸੀ ਔਰ ਇਸ ਨੂੰ ਇੱਕ ਬੇਸਿਕ ਐਜੂਕੇਸ਼ਨ ਜਿਹੜੀ ਹੈਗੀ ਹੈ ਬੇਸ ਮਤਲਬ ਬੱਚੇ ਦੀ ਜਿਹੜੀ ਇੱਕ ਆਪਾਂ ਕਹਿੰਦੇ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਜਦੋਂ ਬੱਚਾ ਸ਼ਾਮਿਲ ਹੁੰਦਾ ਜਦੋਂ ਉਹਨੂੰ ਇੱਕ ਐਜੂਕੇਸ਼ਨ ਦਿੱਤੀ ਜਾਂਦੀ ਹੈ ਤਾਂ ਬੱਚਾ ਇੱਕ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ ਮਤਲਬ ਸਫੇਦ ਜਾਂ ਪਲੇਨ ਪੇਪਰ ਦੀ ਤਰ੍ਹਾਂ ਹੁੰਦਾ ਬਲੈਂਕ ਹੁੰਦਾ ਉਹ ਉਸ ਤੇ ਜਿਸ ਤਰ੍ਹਾਂ ਵੀ ਲਿਖਿਆ ਜਾਊਗਾ ਜਿਸ ਤਰੀਕੇ ਨਾਲ ਉਸ ਨੂੰ ਗਾਈਡ ਕੀਤਾ ਜਾਊਗਾ ਉਸੇ ਤਰੀਕੇ ਨਾਲ ਹੀ ਉਸ ਨੂੰ ਗਿਆਨ ਹਾਸਲ ਹੋਊਗਾ ਔਰ ਉਸ ਦੇ ਵਿੱਚ ਉਸ ਤਰੀਕੇ ਦਾ ਹੀ ਉਹਦੇ ਵਿੱਚ ਪਰਿਵਰਤਨ ਵੇਖਣ ਨੂੰ ਮਿਲੂਗਾ ਸਿੱਖਿਆ ਦੇ ਰਾਹੀਂ ਤਾਂ ਗਾਂਧੀ ਜੀ ਨੇ ਇਸ ਦੀ ਇੱਕ ਨਈ ਤਾਲੀਮ ਦੀ ਸ਼ੁਰੂਆਤ ਕੀਤੀ ਸੀ ਬੇਸਿਕ ਐਜੂਕੇਸ਼ਨ ਜਿਸ ਨੂੰ ਆਪਾਂ ਕਹਿ ਦਿੰਦੇ ਆ ਇੱਕ ਜਿਹੜਾ ਉਸ ਦਾ ਫਾਊਂਡੇਸ਼ਨ ਜਿਹੜਾ ਹੈਗਾਗਾ ਕਹਿੰਦੇ ਕਿ ਸਿੱਖਿਆ ਦੀ ਜਿਹੜੀ ਫਾਊਂਡੇਸ਼ਨ ਹੈ ਨਾ ਨੀਂਹ ਜਿਹੜੀ ਹੈਗੀ ਹੈ ਉਹ ਕਿਹੋ ਜਿਹੀ ਹੋਵੇ ਬੱਚੇ ਦੀ ਸਕਿੱਲਫੁਲ ਦੇ ਆਧਾਰ ਤੇ ਹੋਣੀ ਚਾਹੀਦੀ ਹੈ ਮਤਲਬ ਦੇਖੋ ਆਪਣੇ ਵਿੱਚ ਭਾਵਾਤਮਕ ਵੀ ਹੁੰਦੀਆਂ ਹਨ ਔਰ ਕਿਰਿਆਤਮਕ ਵੀ ਹੁੰਦੀਆਂ ਹਨ ਅਸੀਂ ਬੌਧਿਕ ਕਿਰਿਆ ਨੂੰ ਵੀ ਸ਼ਾਮਿਲ ਕਰਦੇ ਹਾਂ ਬੌਧਿਆਤਮਕ ਹੋ ਗਿਆ ਭਾਵਾਤਮਕ ਹੋ ਗਿਆ ਤੇ ਕਿਰਿਆਤਮਕ ਹੋ ਗਿਆ ਇਹਨਾਂ ਤਿੰਨਾਂ ਨੂੰ ਆਪਾਂ ਸ਼ਾਮਿਲ ਕਰਦੇ ਹਾਂ ਇੱਕ ਸਿੱਖਿਆ ਦੇ ਖੇਤਰ ਦੇ ਵਿੱਚ ਪਰ ਕਿਤੇ ਨਾ ਕਿਤੇ ਇੱਕ ਬੱਚੇ ਦੀ ਮਨ ਦੀ ਜਿਹੜੀ ਹੈਗੀ ਭਾਵਨਾਵਾਂ ਨੂੰ ਨਾ ਸਮਝਦੇ ਹੋਏ ਉਹਦਾ ਅਸਲ ਟਾਰਗੇਟ ਕੀ ਹੈਗਾ ਉਸ ਦਾ ਏਮ ਕਿਵੇਂ ਬਣਾਉਣਾ ਚਾਹੀਦਾ ਹੈ ਸਿੱਖਿਆ ਦੇ ਵਿੱਚ ਇਹ ਤਾਂ ਗੱਲ ਸ਼ਾਮਿਲ ਕਰ ਦਿੱਤੀ ਕਿ ਬੱਚਿਆਂ ਦੇ ਵਿੱਚ ਹੁਨਰ ਲੈ ਕੇ ਆਉਣਾ ਔਰ ਉਹ ਉਹਨਾਂ ਦੀ ਸਾਖਰਤਾ ਕੀ ਹੋਣੀ ਚਾਹੀਦੀ ਹੈ ਕਹਿੰਦੇ ਨਰ ਤੇ ਨਾਰੀ ਦੇ ਰੂਪ ਦੇ ਵਿੱਚ ਹੋਣੀ ਚਾਹੀਦੀ ਹੈ ਸਿੱਖਿਆ ਦਾ ਜਿਹੜੀ ਉਹਨਾਂ ਨੇ ਖੇਤਰ ਦੀ ਗੱਲ ਕੀਤੀ ਹੈ ਹੁਣ ਇੱਥੇ ਸਾਡੇ ਕੋਲੇ ਇੰਟਰੋਡਕਸ਼ਨ ਦੇ ਵਿੱਚ ਅਸੀਂ ਜਸਟ ਇਹ ਗੱਲਾਂ ਆਪਣੇ ਵੱਲੋਂ ਲਿਖ ਕੇ ਉਸ ਤੋਂ ਬਾਅਦ ਜਿਹੜੇ ਅੱਗੇ ਦੇ ਸਬ ਪੁਆਇੰਟਸ ਹੈਗੇ ਨੇ ਇੱਕ ਡੀਮੈਰਿਟਸ ਦੇ ਤੌਰ ਦੇ ਉੱਤੇ ਨਈ ਤਾਲੀਮ ਦੀਆਂ ਖਾਮੀਆਂ ਹੈਗੀਆਂ ਨੇ ਉਹਨਾਂ ਦੇ ਆਧਾਰ ਦੇ ਉੱਤੇ ਅਸੀਂ ਅੱਜ ਇਸ ਟੌਪਿਕ ਨੂੰ ਆਪਾਂ ਅੱਗੇ ਕਿਵੇਂ ਕੰਟੀਨਿਊ ਕਰਨਾ ਹੈਗਾਗਾ ਉਹ ਸਭ ਤੋਂ ਪਹਿਲਾ ਜਿਹੜਾ ਪੁਆਇੰਟ ਹੈਗਾਗਾ ਫਸਟ ਜਿਹੜਾ ਸਬ ਪੁਆਇੰਟ ਹੈਗਾ ਤੁਹਾਡੇ ਕੋਲੇ ਉਹ ਹੈਗਾ ਜੀ ਇੱਕ ਇਕੱਲਾ ਆਪਾਂ ਲਿਖ ਸਕਦੇ ਹਾਂ ਜੀ ਇੱਕ ਇਕੱਲਾ ਸਾਡੇ ਕੋਲੇ ਹੁਨਰ ਇੱਕ ਇਕੱਲਾ ਹੁਨਰ ਖਾਮੀਆਂ ਜਿਹੜੀਆਂ ਹੈਗੀਆਂ ਨੇ ਇੰਟਰੋਡਕਸ਼ਨ ਦੇ ਕੇ ਉਹਦਾ ਸਬ ਪੁਆਇੰਟ ਕੀ ਹੈਗਾਗਾ ਇੱਕ ਇਕੱਲਾ ਹੁਨਰ ਲੋ ਜੀ ਇਹ ਸਾਡੇ ਕੋਲੇ ਸਬ ਪੁਆਇੰਟ ਹੋ ਗਿਆ ਸਟਾਰਟ ਇੱਕ ਕਮੀਆਂ ਨੂੰ ਲੈ
इत्थे आपां लिख भी लेंदे जी उदारवादी उदारवादी सिक्ख्या दा विकास नहीं हो सकता। उदारवादी शिक्षा का विकास नहीं हो सकता। ਹੁਣ ਇੱਥੇ ਕਈ ਬੱਚਿਆਂ ਦੇ ਮਾਈਂਡ ਦੇ ਵਿੱਚ ਇਹ ਡਾਊਟ ਜਾਂਦਾ ਹੈਗਾ ਕਿ ਅਸੀਂ ਦੇਖਦੇ ਹਾਂ ਕਿ ਉਦਾਰਵਾਦੀ ਸਿੱਖਿਆ ਇੱਥੇ ਨਵਾਂ ਸ਼ਬਦ ਜਿਹੜਾ ਹੈਗਾ ਅਸੀਂ ਸੁਣਨ ਨੂੰ ਸਾਡੇ ਵਿੱਚ ਆਉਂਦਾ ਹੈ ਸਾਡੇ ਸਿੱਖਿਆ ਦੇ ਵਿੱਚ। ਤਾਂ ਅਸੀਂ ਇਹ ਦੇਖਦੇ ਹਾਂ ਕਿ ਜਦੋਂ ਉਦਾਰਵਾਦੀ ਦਾ ਕੀ ਹੈਗਾ ਇਸ ਨਾਲ ਕਹਿੰਦੇ ਜਿਹੜੀ ਸਿੱਖਿਆ ਪ੍ਰਣਾਲੀ ਹੈਗੀ ਨਾ ਇੱਕ ਐਜੂਕੇਸ਼ਨ ਦਾ ਸਿਸਟਮ ਜਿਹੜਾ ਹੈਗਾ ਜਿਵੇਂ ਆਪਾਂ ਕਹਿੰਦੇ ਨੇ ਪ੍ਰੋਫੈਸ਼ਨਲ ਐਜੂਕੇਸ਼ਨ ਪੇਸ਼ੇਵਰ ਸਿੱਖਿਆ ਜਿਹਨੂੰ ਅਸੀਂ ਕਹਿੰਦੇ ਨੇ ਇੱਕ ਹੁੰਦੀ ਆ ਬੌਧਿਕ ਸਿੱਖਿਆ ਪੇਸ਼ੇਵਰ ਸਿੱਖਿਆ ਤੇ ਬੌਧਿਕ ਸਿੱਖਿਆ। ਇੱਥੇ ਆਪਾਂ ਲਿਖ ਵੀ ਲੈਂਦੇ ਜੀ ਪੇਸ਼ੇਵਰ ਸਿੱਖਿਆ ਪੇਸ਼ੇਵਰ ਸਿੱਖਿਆ ਅਤੇ ਬੌਧਿਕ ਸਿੱਖਿਆ ਅਤੇ ਬੌਧਿਕ ਸਿੱਖਿਆ ਇਹਨਾਂ ਦੇ ਵਿੱਚ ਕਹਿੰਦੇ ਅੰਤਰ ਜਿਹੜਾ ਹੈਗਾ ਬਹੁਤ ਮਾਤਰਾ ਦੇ ਵਿੱਚ ਪਾਇਆ ਜਾਊਗਾ। ਜਿਹੜੀਆਂ ਨਈ ਤਾਲੀਮ ਦੀਆਂ ਇੱਕ ਆਪਾਂ ਕਹਿ ਦਿੰਦੇ ਹਾਂ ਜੀ ਇੱਕ ਇਕੱਲਾ ਹੁਨਰ ਕੀ ਹੈਗਾ ਉਦਾਰਵਾਦੀ ਦਾ ਵਿਕਾਸ ਨਹੀਂ ਹੋਊਗਾ। ਮੀਨਸ ਕੀ ਹੈ ਕਿ ਜਿਹੜੀ ਸਾਡੀ ਇੱਕ ਪ੍ਰੋਫੈਸ਼ਨਲ ਐਜੂਕੇਸ਼ਨ ਹੈਗੀ ਹੈ ਔਰ ਜਿਹੜੀ ਸਾਡੀ ਇੰਟੈਲੈਕਚੁਅਲ ਜਿਹੜੀ ਐਜੂਕੇਸ਼ਨ ਹੈਗੀ ਹੈ ਪ੍ਰੋਫੈਸ਼ਨਲ ਦਾ ਹੋ ਗਿਆ ਅਸੀਂ ਜਿਵੇਂ ਸਾਨੂੰ ਇੱਕ ਉਸ ਸਿੱਖਿਆ ਦੇ ਵਿੱਚ ਸ਼ਾਮਲ ਕੀਤਾ ਗਿਆ ਔਰ ਅਸੀਂ ਉਸ ਤਰੀਕੇ ਨਾਲ ਬਣਦੇ ਗਏ ਇੱਕ ਉਹ ਸਿੱਖਿਆ ਇੱਕ ਸਿਸਟਮ ਹੋ ਗਿਆ। ਔਰ ਜਿਹੜੀ ਬੌਧਿਕ ਸਿੱਖਿਆ ਕੀ ਹੈਗੀ ਹੈ ਜੋ ਸਾਡੇ ਕੋਲ ਟਾਰਗੇਟ ਬਣਾਉਂਦੀ ਹੈ ਐਜੂਕੇਸ਼ਨ ਜੋ ਸਾਨੂੰ ਇੱਕ ਏਮ ਦੇ ਵਿੱਚ ਲੈ ਕੇ ਆਉਂਦੀ ਹੈ। ਤਾਂ ਕਹਿੰਦੇ ਇਹਨਾਂ ਦੋਨੋਂ ਸਿੱਖਿਆ ਦੇ ਵਿੱਚ ਕੀ ਹੋ ਜਾਊਗਾ ਜੀ ਅੰਤਰ ਪੈਦਾ ਹੋ ਜਾਊਗਾ। ਤਾਂ ਇਹ ਇੱਕ ਸਿੱਖਿਆ ਪ੍ਰਣਾਲੀ ਦੇ ਵਿੱਚ ਜਿਹੜੀ ਨਈ ਤਾਲੀਮ ਜਿਹੜੀ ਇੱਕ ਗਾਂਧੀ ਜੀ ਦੁਆਰਾ ਬੇਸਿਕ ਐਜੂਕੇਸ਼ਨ ਦੇ ਨਾਮ ਦੇ ਨਾਲ ਸ਼ੁਰੂਆਤ ਕੀਤੀ ਗਈ ਸੀ ਤਾਂ ਉਹਦੇ ਇੱਕ ਕਮੀ ਪਾਏਗੀ। ਕਹਿੰਦੇ ਸਿਰਫ ਇਹਨਾਂ ਨੇ ਇੱਕ ਇਕੱਲੇ ਹੁਨਰ ਦੇ ਉੱਤੇ ਹੀ ਇਹਨਾਂ ਨੇ ਡਿਪੈਂਡੈਂਸੀ ਦਿਖਾਈ ਕਿ ਜਿਹੜਾ ਸਿੱਖਿਆਰਥੀ ਦਾ ਹੁਨਰ ਕਹਿੰਦੇ ਇਕੱਲਾ ਹੁਨਰ ਹੀ ਨਹੀਂ ਬੱਚੇ ਦੇ ਵਿੱਚ ਬੌਧਿਕ ਸਿੱਖਿਆ ਵੀ ਹੋਣੀ ਚਾਹੀਦੀ ਹੈ। ਇੰਟੈਲੈਕਚੁਅਲ ਜਿਹੜੀ ਪਾਵਰ ਹੈਗੀ ਸਾਨੂੰ ਇੱਕ ਐਜੂਕੇਸ਼ਨ ਦੇ ਵਿੱਚ ਅਸੀਂ ਉਸ ਨੂੰ ਕਿਵੇਂ ਸ਼ਾਮਲ ਕਰ ਸਕਦੇ ਹਾਂ ਅਸੀਂ ਆਪਣੇ ਆਪ ਦੇ ਵਿੱਚ ਕਿਵੇਂ ਇੰਪਰੂਵਮੈਂਟ ਲੈ ਕੇ ਆਉਂਦੇ ਆ ਉਹ ਸਾਡੀ ਕੀ ਹੈਗੀ ਇੱਕ ਬੌਧਿਕ ਸਿੱਖਿਆ ਹੈ। ਤਾਂ ਕਹਿੰਦੇ ਇਹ ਬੌਧਿਕ ਸਿੱਖਿਆ ਦਾ ਹੋਣਾ ਬੜਾ ਵੱਡਾ ਰੋਲ ਹੈ। ਪਰ ਜਿੱਥੇ ਇੱਕ ਗਾਂਧੀ ਜੀ ਦੇ ਦੁਆਰਾ ਜੋ ਇੱਕ ਨਈ ਤਾਲੀਮ ਜਿਹੜੀ ਸੀਗੀ ਸਿੱਖਿਆ ਉਹ ਜਦੋਂ ਸ਼ੁਰੂ ਕੀਤਾ ਗਿਆ ਸੀ ਤਾਂ ਕਿਤੇ ਨਾ ਕਿਤੇ ਉਹਦੇ ਵਿੱਚ ਕੀ ਹੈਗੀਆਂ ਹਨ ਕਮੀਆਂ ਪਾਈਆਂ ਗਈਆਂ ਹਨ। ਤਾਂ ਉਹ ਕਮੀਆਂ ਇੱਕ ਇਕੱਲਾ ਹੁਨਰ ਦੇ ਰੂਪ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲਿਆ ਹੈ। ਸੈਕਿੰਡ ਜਿਹੜਾ ਸੌਪਨ ਹੈਗਾ ਇਹਦੇ ਵਿੱਚ ਆਪਣੇ ਕੋਲੇ ਸਵੈ ਸਹਾਇਕ ਪੱਖ ਦੀ ਆਲੋਚਨਾ ਸਵੈ ਸਹਾਇਕ ਪੱਖ ਦੀ ਆਲੋਚਨਾ ਸਵੈ ਸਹਾਇਕ ਪੱਖ ਦੀ ਆਲੋਚਨਾ ਲੋ ਜੀ ਆਪਣੇ ਕੋਲੇ ਨੈਕਸਟ ਪੁਆਇੰਟ ਆ ਗਿਆ ਜੀ ਕਹਿੰਦੇ ਸਵੈ ਸਹਾਇਕ ਪੱਖ ਦੀ ਆਲੋਚਨਾ। ਹੁਣ ਕਿਵੇਂ ਇਹਦੇ ਵਿੱਚ ਆਪਾਂ ਇੱਕ ਨਈ ਤਾਲੀਮ ਦੀ ਜਿਹੜੀ ਕਮੀ ਹੈਗੀ ਹੈ ਆਲੋਚਨਾ ਹੁੰਦੀ ਹੈ ਉਸ ਦੀਆਂ ਕਮੀਆਂ ਮਤਲਬ ਉਹਦੇ ਵਿੱਚ ਆਪਾਂ ਕਹਿੰਦੇ ਨੇ ਕੋਈ ਕੁਝ ਖਾਮੀਆਂ ਜਾਂ ਤਰੁੱਟੀਆਂ ਪਾਈਆਂ ਜਾਂਦੀਆਂ ਹਨ ਕਮੀਆਂ ਹੁੰਦੀਆਂ ਹਨ ਫਿਰ ਆਪਾਂ ਉਸ ਟੌਪਿਕ ਦੇ ਉੱਤੇ ਜਾਂ ਉਸ ਗੱਲ ਦੇ ਉੱਤੇ ਆਪਾਂ ਕੀ ਹੈਗੇ ਵਿਚਾਰ ਸਾਂਝਾ ਕਰਦੇ ਆ। ਐਜ਼ ਇਟ ਇਜ਼ ਨਈ ਤਾਲੀਮ ਦੀਆਂ ਖਾਮੀਆਂ ਹੈਗੀਆਂ ਨੇ ਉਹ ਸਾਨੂੰ ਕਿਸ ਰੂਪ ਦੇ ਵਿੱਚ ਦੇਖਣ ਨੂੰ ਮਿਲੀਆਂ ਸਵੈ ਸਹਾਇਕ ਪੱਖ ਦੀ ਆਲੋਚਨਾ। ਹੁਣ ਇੱਥੇ ਇੱਕ ਅਧਿਆਪਕ ਤੇ ਵਿਦਿਆਰਥੀ ਆਪਾਂ ਇਸ ਦੇ ਲਿਖ ਵੀ ਲੈਂਦੇ ਜੀ ਜਿਹੜਾ ਕਹਿੰਦੇ ਅਧਿਆਪਕ ਤੇ ਵਿਦਿਆਰਥੀ
लो जी इत्थे मैं हिंट लिख दिता एक टीचर एक एंड स्टूडेंट की गल हो रही है। कहते अध्यापक की निर्भरता किस ते हो जाएगी, विद्यार्थी ते हो जाएगी। तो कहते विद्यार्थी के उपर अध्यापक जो निर्भर हो जाऊगा तो नो डाउट की होगा जी उत्थे अध्यापक की वैल्यू जी हैगी वो खत्म हो जाएगी। मतलब एक टीचर की जी एक स्टूडेंट की इवैल्यूएशन करने के लिए ये देखना पैंदा है कि एक टीचर को कि इसका बच्चे का मनोविज्ञान इसका दृष्टिकोण जिहड़ा हैगा वो किस वल जा रहा है। आप कई बार पूछते हैं ना, देखो बच्चे 10th पास हो जाते हैं, +2 पास कर जाते हैं, किहड़े-किहड़े वक-वक स्ट्रीम दे विच जाके वक-वक सब्जेक्ट दे नाल उन्होंने अपनी एजुकेशन को कंप्लीट कीता हुंदा विद द हायर एजुकेशनस एंड सेकेंडरी एजुकेशन। फिर उसके अगे बेनिफिट्स की मिलते हैं, उन्होंने ड्रॉबैक्स की है, समा बीतण तो बाद च पता लगता है। तो जेकर आप अध्यापक पढ़ाउण दे दौरान ही उन्हां दे नाल एक चंगा संपर्क बनूगा तो की होगा उत्थे विद्यार्थियों नूं एक चंगे तरीके दे नाल बौद्धिक ज्ञान दे के एक उन्हां दा एम बनाया जा सकता है एक सिक्ख्या दे खेत्र दे विच। इस नाल की हैगा कहते जिहड़े एक अध्यापक टीचर एंड स्टूडेंट्स दे जिहड़े रिलेशन हैगे ने उन्हां दे विच की प्रभाव वेखण नूं मिलदा, निराशाजनक भावनावां वेखण नूं मिलदियां हन। क्यों मिलदियां हन? क्योंकि जदों असीं एक जिहड़ी डिपेंडेंसी जिहड़ी हैगी आ, देखो एक टीचर ने गाइड करना हैगा विद्यार्थी नूं, बट लेकिन जद के एक जिहड़ा विद्यार्थी दे उपर इत्थे आपां दिखाया गया हैगा अध्यापक दी गल कर रहे हैं। हुण नई तालीम दे विच महात्मा गांधी जी ने इस नई तालीम को एक बेसिक एजुकेशन के नाल शुरू किया, जिस दे विच सिर्फ बच्चे दी जिहड़ियां भावनात्मक हन उस नूं की कीता गया है, अणगौलिया कीता गया है, इग्नोर कीता गया है। जिहड़ियां भावनावां हन असल दे विच ओही जदों असीं विषय दे तहत बच्चे नूं ज्ञान देवांगे अपनी मात भाषा दे नाल तां नैचुरली बच्चे दे ज्ञान दे विच जिहड़ा एक बौद्धिक ज्ञान हैगा, एक क्रियात्मक ज्ञान जिहड़ा हैगा वो एक भावनावां दे राਹੀਂ उजागर हो सकता है। तो इत्थे किते ना किते कमियां पाईयां गईयां, एक खामी पाई गई, एक त्रुटि पाई गई कि जिहड़ी नई तालीम दी एजुकेशन जिहड़ी हैगी आ ਜਾਂ पॉलिसी जिहड़ी सीगी ਉਹਦੇ ਵਿੱਚ ਸਵੈ ਸਹਾਇਕ ਪੱਖ ਦੀ ਗੱਲ ਹੋਈ ਹੈ। ਸਿਰਫ ਤੇ ਸਿਰਫ ਵਿਦਿਆਰਥੀ ਜੋ ਜਿਵੇਂ ਆਪਾਂ ਕਹਿੰਦੇ ਨੇ ਬੱਚੇ ਨੂੰ ਸਿਖਾ ਦਿੱਤਾ ਐਜ਼ ਇਟ ਹੀ ਬਣ ਗਿਆ, ਪਰ ਕਿਤੇ ਨਾ ਕਿਤੇ ਇੱਕ ਅਧਿਆਪਕ ਤੇ ਵਿਦਿਆਰਥੀ ਦੇ ਜੋ ਇੱਕ ਸਬੰਧ ਹੈਗੇ ਨੇ ਉਹ ਕੀ ਹੋਣਗੇ ਜੀ ਇੱਕ ਨਿਰਾਸ਼ਾਜਨਕ ਰੂਪ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦੇ ਹਨ। ਨੈਕਸਟ ਜਿਹੜਾ ਸਬ ਪੁਆਇੰਟ ਹੈਗਾ ਜੀ ਮਨੋਵਿਗਿਆਨਿਕ ਆਧਾਰ ਕਮਜ਼ੋਰ। ਮਨੋਵਿਗਿਆਨਿਕ ਆਧਾਰ ਕਮਜ਼ੋਰ। मनोवैज्ञानिक आधार कमजोर। अपने कोले कमियां दे विच, खामियां दे विच, त्रुटियां दे विच नई तालीम दी जो खामियां हन जां त्रुटियां हन, कहंदे कि मनोविग्यानिक का जिहड़ा बेस हैगा एक साइकोलॉजिकल पक्ष ਨੂੰ ਲੈ ਕੇ ਜਿਹੜੀ ਸਾਡੇ ਉਹਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਜੀ ਸਾਡੀ ਇੱਕ ਆਧਾਰ ਸੀਗਾ ਇੱਕ ਕਮਜ਼ੋਰ ਵੀਕਨੈਸ ਦੇਖੀ ਗਈ ਹੈਗੀ ਇੱਕ ਮਨੋਵਿਗਿਆਨਿਕ ਨੂੰ ਲੈ ਕੇ। ਮਨੋਵਿਗਿਆਨਿਕ ਭਾਵਨਾਵਾਂ ਕੀ ਹਨ? ਕਹਿੰਦੇ ਬੱਚੇ ਦਾ ਮਨ ਕੀ ਹੁੰਦਾ ਹੈਗਾ ਕੋਮਲ ਅਵਸਥਾ ਦੇ ਵਿੱਚ ਹੁੰਦਾ ਹੈ। ਬੱਚੇ ਦਾ ਮਨ ਕੀ ਹੁੰਦਾ ਹੈ? ਕੋਮਲ ਅਵਸਥਾ ਦੇ ਵਿੱਚ ਹੁੰਦਾ ਹੈ। ਬੱਚੇ ਦਾ ਮਨ कोमल अवस्था विच हुंदा है। जिहड़ी आपां उपर पॉइंट दे विच गल करके आए सीगे कि एक ब्लैंक पेपर दी तरह ही बच्चे दा माइंड हुंदा है। जिहड़ी आपां एक एजुकेशन दे विच जदों बच्चा जुड़दा है और जिस तरीके नाल असीं गाइड करांगे एज इट ही बच्चा की करूगा क्रियात्मक रूप दे विच शामिल होऊगा। हुण उत्थे जिहड़ी कहंदे उसदी असल जिहड़े टीचे हैगे ने, असल जिहड़े एम हैगे ने, ਉਹਦੀ ਪ੍ਰਾਪਤੀ ਲਈ ਕੀ ਕਰਦੀ ਹੈਗੀ ਇੱਕ ਐਜੂਕੇਸ਼ਨ ਕੀ ਹੈਗੀ ਇੱਕ
सोर्स है। सिक्ख्या की हैगी एक साधन है बच्चों ਨੂੰ एक एम प्राप्त करने ਦੇ ਲਈ, एक एम ਨੂੰ ਬਣਾਉਣ ਦੇ ਲਈ। ਤਾਂ एक साधन ਦੇ रूप ਦੇ ਵਿੱਚ ਸਿੱਖਿਆ ਨੂੰ ਵੇਖਿਆ ਗਿਆ ਹੈ। ਤਾਂ ਮਨੁੱਖ ਦੇ ਕਹਿੰਦੇ ਕਿ ਪ੍ਰਕਿਰਤੀ ਪਹਿਲੂ ਹੈਗੇ ਨੇ, ਕਿਹੜੇ ਹੈਗੇ ਨੇ? भौतिक जीवन से ज्ञानात्मक कह देंगे, आप पहले भी डिस्कस करके हटे हैं। भावनात्मक तौर पे ਜਿਹੜੀ ਆਪਾਂ ਕਹਿੰਦੇ ਨੇ ਅਫੈਕਸ਼ਨ ਆਪਾਂ ਕਹਿੰਦੇ ਨੇ ਜੀ ਇਹ ਇੱਕ ਅਫੈਕਸ਼ਨਸ ਸੀਗੇ ਉਸ ਬੱਚੇ ਦੇ ਵਿੱਚ ਜਿਹੜੀਆਂ ਭਾਵਨਾਵਾਂ ਜੁੜੀਆਂ ਹੋਈਆਂ ਸੀ। ਤਾਂ ਉਸਨੇ ਇਸ ਏਮ ਨੂੰ ਇੱਕ ਐਜੂਕੇਸ਼ਨ ਦੇ ਸੋਰਸ ਰਾਹੀਂ ਉਸ ਨੂੰ ਕੀ ਕਰ ਲਿਆ? ਕੰਪਲੀਟ ਕਰ ਲਿਆ। ਲਾਸਟ ਤੇ ਆ ਜਾਂਦਾ ਜੀ ਉਹਦੇ ਨੈਚੁਰਲ ਜਿਹੜਾ ਪੱਖ ਉਹਦੇ ਵਿੱਚ ਪਾਇਆ ਜਾਂਦਾ ਹੈਗਾ ਬੱਚੇ ਦੇ ਮਨ ਦੇ ਵਿੱਚ, ਉਹ ਹੈਗਾ ਕਿਰਿਆਤਮਕ ਕੀ ਹੈਗਾ? ਕੋਨੈਕਟਿਵ। ਇੱਕ ਹੁੰਦਾ ਕਨੈਕਟਿਵ, ਇੱਕ ਹੁੰਦਾ ਕਨੈਕਟਿਵ, ਇੱਕ ਹੁੰਦਾ ਅਫੈਕਸ਼ਨਸ। ਇਹ ਤਿੰਨੇ ਜਿਹੜੇ ਹੈਗੇ ਨੇ ਪਹਿਲੋਂ ਇੱਕ ਮਨੋਵਿਗਿਆਨਿਕ ਆਧਾਰ ਤੇ ਕੀ ਹੈਗਾ ਨਈ ਤਾਲੀਮ ਦੇ ਵਿੱਚ ਖਾਮੀ ਪਾਏਗੀ, ਤਰੁੱਟੀ ਪਾਏਗੀ ਕਿ ਉਸ ਨੂੰ ਕਮਜ਼ੋਰ ਬਣਾਇਆ ਗਿਆ। ਕਿਸ ਨੂੰ? ਵਿਦਿਆਰਥੀ ਦੇ ਮਨੋਵਿਗਿਆਨ। ਇਹ ਆਪਣੇ ਕੋਲੇ ਅਸੀਂ ਇਕੱਲੇ ਹੁਨਰ ਦੀ ਗੱਲ ਦੇਖੀ ਆਪਾਂ ਇਸ ਦੇ ਵਿੱਚ ਇੰਟਰੋਡਕਸ਼ਨ ਤੋਂ ਬਾਅਦ ਆਪਾਂ ਇਕੱਲਾ ਜਿਹੜਾ ਹੁਨਰ ਹੈਗਾ ਆਪਾਂ ਇੱਕ ਖਾਮੀ ਦੇ ਤੌਰ ਤੇ ਆਪਾਂ ਉਸ ਨੂੰ ਡਿਸਕਸ ਕੀਤਾ। ਫਿਰ ਆਪਾਂ ਸਵੈ ਸਹਾਇਕ ਪੱਖ ਜਿਹੜੇ ਟੀਚਿੰਗ ਦੇ ਦੌਰਾਨ ਆਪਾਂ ਕਹਿੰਦੇ ਨੇ ਸਾਡੇ ਅਸੀਂ ਜਦੋਂ ਟੀਚਿੰਗ ਕਰਦੇ ਹਾਂ, ਟੀਚਰ ਜਦੋਂ ਟੀਚਿੰਗ ਕਰ ਰਿਹਾ ਹੁੰਦਾ ਤਾਂ ਉਹਦੇ ਵਿੱਚ ਜਿਹੜੀ ਆਲੋਚਨਾ ਕਦੋਂ ਹੁੰਦੀ ਹੈ? ਜਦੋਂ ਉਸ ਦੇ ਵਿੱਚ ਕਮੀਆਂ ਹੋਣ। ਤਾਂ ਇੱਕ ਅਧਿਆਪਕ ਨੂੰ ਤਾਂ ਗਾਂਧੀ ਜੀ ਨੇ ਇੰਪੋਰਟੈਂਸ ਤਾਂ ਦਿੱਤੀ, ਪਰ ਇੱਕ ਸਕਿੱਲ ਜਾਂ ਟੈਲੈਂਟ ਫੋਰ ਜਿਹੜਾ ਟੀਚਰ ਹੈਗੇ ਨੇ ਉਹਨਾਂ ਨੂੰ ਇੰਪੋਰਟੈਂਸ ਦਿੱਤੀ ਗਈ ਹੈਗੀ ਹੈ। ਫਿਰ ਇੱਕ ਮਨੋਵਿਗਿਆਨਿਕ ਆਧਾਰ ਦੇ ਉੱਤੇ ਜਿਹੜਾ ਬੱਚੇ ਦਾ ਮਨ ਦਾ ਆਧਾਰ ਹੈ, ਐਕਚੁਅਲੀ ਐਜੂਕੇਸ਼ਨ ਦਾ ਬੇਸ ਹੀ ਉਹ ਹੋਣਾ ਚਾਹੀਦਾ ਹੈ, ਮਾਤ ਭਾਸ਼ਾ ਹੀ ਉਹ ਹੋਣੀ ਚਾਹੀਦੀ ਹੈ। ਤਾਂ ਕਿਤੇ ਨਾ ਕਿਤੇ ਸਾਨੂੰ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇੱਕ ਨਈ ਤਾਲੀਮ ਦੇ ਵਿੱਚ ਸਾਨੂੰ ਇਹ ਕੀ ਲੱਗੀਆਂ ਹਨ? ਸਿਰਫ ਤੇ ਸਿਰਫ ਗਾਂਧੀ ਜੀ ਨੇ ਕੀ ਕੀਤਾ? ਇੱਕ ਕਿਰਿਆਤਮਕ ਪੱਖ ਨੂੰ, ਇੱਕ ਕਿਰਿਆਤਮਕ ਜੋ ਇੱਕ ਬੱਚਾ ਐਕਟੀਵਿਟੀ ਕਰਦਾ ਹੈ ਸਿਰਫ ਉਸ ਨੂੰ ਹੀ ਇੱਕ ਟੈਲੈਂਟ ਦੇ ਰੂਪ ਦੇ ਵਿੱਚ ਲੈ ਕੇ ਸ਼ਾਮਿਲ ਕੀਤਾ ਗਿਆ ਨਈ ਤਾਲੀਮ ਦੇ ਵਿੱਚ, ਜੋ ਕਿ ਇੱਕ ਮਨੋਵਿਗਿਆਨਿਕ ਆਧਾਰ ਤੇ ਕੀ ਹੋਗੀ? ਇੱਕ ਕਮੀ ਹੋਗੀ, ਇੱਕ ਤਰੁੱਟੀ ਹੋਗੀ। ਐਂਡ ਜਿਹੜਾ ਇੱਕ ਸੈਕਿੰਡ ਲਾਸਟ ਆਪਣੇ ਕੋਲੇ ਸਬ ਪੁਆਇੰਟ ਹੈਗਾ ਜੀ ਉਦਯੋਗੀਕਰਨ ਅਤੇ ਨਈ ਤਾਲੀਮ ਦੇ ਵਿੱਚ ਆਪਣੇ ਕੋਲ ਜਿਹੜੇ ਹੋਰ ਨੈਕਸਟ ਸਬ ਪੁਆਇੰਟ ਹੈਗੇ ਜੀ ਉਹ ਆਪਾਂ ਡਿਸਕਸ ਕਰਦੇ ਹਾਂ ਰਾਜੇ। ਹਾਂਜੀ ਨੈਕਸਟ ਜਿਹੜਾ ਆਪਣੇ ਕੋਲ ਪੁਆਇੰਟ ਹੈਗਾ ਕਿ ਜਿਹੜੀ ਨਈ ਤਾਲੀਮ ਹੈਗੀ ਹੈ ਉਦਯੋਗੀਕਰਨ ਅਤੇ ਟੈਕਨੋਲੋਜੀ ਦੇ ਯੁੱਗ ਵਿੱਚ ਢੁਕਵੀਂ ਨਹੀਂ। ਉਦਯੋਗੀਕਰਨ ਤੇ ਟੈਕਨੋਲੋਜੀ ਦੇ ਵਿੱਚ ਉਦਯੋਗੀਕਰਨ ਅਤੇ ਟੈਕਨੋਲੋਜੀ ਢੁਕਵੀਂ ਨਹੀਂ। ਢੁਕਵੀਂ ਨਹੀਂ ਇਹ ਆਪਣੇ ਕੋਲੇ ਨੈਕਸਟ ਸਬ ਪੁਆਇੰਟ ਹੈਗਾ ਜੀ। ਇੱਕ ਖਾਮੀਆਂ ਦੇ ਰੂਪ ਦੇ ਵਿੱਚ ਆਪਾਂ ਦੇਖਦੇ ਹੈਗੇ ਆ ਕਹਿੰਦੇ ਜਿਹੜੀ ਨਈ ਤਾਲੀਮ ਹੈਗੀ ਹੈ ਨਾ ਉਹ ਇੱਕ ਉਦਯੋਗੀਕਰਨ ਅਤੇ ਟੈਕਨੋਲੋਜੀ ਦੇ ਲਈ ਰਿਲਾਇਬਲ ਨਹੀਂ ਹੈਗੀ, ਢੁਕਵੀਂ ਨਹੀਂ ਹੈਗੀ। ਹੁਣ ਇੱਥੇ ਢੁਕਵੀਂ ਨਾ ਹੋਣਾ ਕਿਵੇਂ ਹੈਗਾ? ਗਾਂਧੀ ਜੀ ਨੇ ਤਾਂ ਇੱਕ ਸਿੱਖਿਆ ਦੇ ਵਿੱਚ ਜਿਹੜਾ ਬੱਚਿਆਂ ਦਾ ਬੇਸ ਬਣਾਇਆ ਉਹ ਇੱਕ ਸਕਿੱਲ ਨੂੰ ਲੈ ਕੇ ਬਣਾਇਆ, ਟੈਕਨੋਲੋਜੀ ਆਧਾਰ ਦੇ ਉੱਤੇ ਸਿੱਖਿਆ ਨੂੰ ਮੁੱਖ ਉਹਨਾਂ ਨੇ ਬਣਾਇਆ ਹੀ ਨਹੀਂ। ਕਿਉਂਕਿ ਅੱਜ ਦੇਖ ਲਈਏ ਔਰ ਪ੍ਰਾਤਨ ਸਮੇਂ ਨੂੰ ਦੇਖ ਲਈਏ ਤਾਂ ਕਿਤੇ ਨਾ ਕਿਤੇ ਜਿਹੜੀ ਇਹ ਇੱਕ ਉਦਯੋਗੀਕਰਨ ਅਤੇ ਟੈਕਨੋਲੋਜੀ ਦੀ ਜਿਹੜੀ ਐਜੂਕੇਸ਼ਨ ਹੈਗੀ ਹੈ ਇਹ ਡੇ ਬਾਏ ਡੇ ਕੀ ਹੋ ਰਹੀ ਹੈ? ਅਪ ਟੂ ਡੇਟ ਕਰ ਰਹੀ ਹੈ ਇੱਕ ਸਿੱਖਿਆ ਨੂੰ, ਔਰ ਸਿੱਖਿਆ ਦੇ ਰਾਹੀਂ ਹੀ ਇੱਕ ਆਧਾਰ ਬਣਾਇਆ ਗਿਆ ਹੈ ਉਦਯੋਗੀ
ਤਾਲੀਮ ਦੇ ਵਿੱਚ ਆਪਾਂ ਇਹ ਗੱਲ ਦੇਖੀ ਹੈ ਵੀ ਸਾਸੀ ਬੱਚਿਆਂ ਨੂੰ ਸਿਰਫ ਕਿਰਿਆਤਮਕ ਪੱਖ ਦੇ ਵਿੱਚ ਸ਼ਾਮਲ ਕੀਤਾ ਹੈ, ਉਹਨਾਂ ਨੂੰ ਉਦਯੋਗੀਕਰਨ ਅਤੇ ਤਕਨਾਲੋਜੀ ਦੇ ਨਾਲ ਜੋੜਿਆ ਹੀ ਨਹੀਂ ਗਿਆ। ਉਹਨਾਂ ਨੂੰ ਸਿੱਖਿਆ ਦੇ ਰਾਹੀਂ ਉਸ ਤਕਨਾਲੋਜੀ ਦਾ ਗਿਆਨ ਹੀ ਨਹੀਂ ਦਿੱਤਾ ਗਿਆ, ਜਿਸ ਕਰਕੇ ਨਈ ਤਾਲੀਮ ਨੂੰ ਅੱਜ ਦੇ ਸਮੇਂ ਦੇ ਦੌਰਾਨ ਉਹਦੇ ਵਿੱਚ ਜਿਹੜੀਆਂ ਖਾਮੀਆਂ ਨੇ ਜਾਂ ਤਰੁੱਟੀਆਂ ਨੇ, ਇੱਕ ਟੈਕਨੋਲੋਜੀ ਨੂੰ ਲੈ ਕੇ, ਇੱਕ ਇੰਡਸਟਰੀਜ਼ ਨੂੰ ਲੈ ਕੇ, ਉਦਯੋਗੀਕਰਨ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਉਹ ਕਮੀ ਜਿਹੜੀ ਹੈਗੀ ਆ ਪਾਈ ਗਈ ਹੈਗੀ ਆ। ਹੁਣ ਜਿਹੜਾ ਸਾਡਾ ਉਦਯੋਗੀਕਰਨ ਜਿਹੜਾ ਹੈਗਾ ਗਾ, ਉਦਯੋਗੀਕਰਨ ਇੱਥੇ ਉਦਯੋਗੀਕਰਨ ਅਤੇ ਤਕਨਾਲੋਜੀ ਹਾਂਜੀ, ਜਿਹੜਾ ਸਾਡੇ ਕੋਲ ਉਦਯੋਗੀਕਰਨ ਹੈਗਾ ਗਾ, ਇਹਨੂੰ ਅਸੀਂ ਕਹਿੰਦੇ ਆ ਵੀ ਇਹ ਜਿਹੜੀ ਇੱਕ ਸਿੱਖਿਆ ਜਿਹੜੀ ਹੈਗੀ ਹੈ ਇੰਡਸਟਰੀ ਦੇ ਵਿੱਚ ਇਸ ਨੂੰ ਕੀ ਕੀਤਾ ਗਿਆ ਹੈਗਾ, ਸ਼ਾਮਲ ਕੀਤਾ ਗਿਆ ਹੈ। ਪਰ ਨਈ ਤਾਲੀਮ ਦੇ ਵਿੱਚ ਇੰਡਸਟਰੀਜ਼ ਐਜੂਕੇਸ਼ਨ ਨੂੰ ਤਾਂ ਕਿਤੇ ਨਾ ਕਿਤੇ ਇੰਪੋਰਟੈਂਸ ਨਹੀਂ ਦਿੱਤੀ ਗਈ। ਇਸ ਕਰਕੇ ਉਹ ਕੀ ਬਣ ਗਿਆ ਜੀ, ਖਾਮੀਆਂ ਦਾ ਰੂਪ ਬਣ ਗਿਆ, ਕਮੀਆਂ ਬਣ ਗਈਆਂ, ਤਰੁੱਟੀਆਂ ਬਣ ਗਈਆਂ। ਹੁਣ ਨੈਕਸਟ ਜਿਹੜਾ ਸਾਡੇ ਕੋਲ ਪੁਆਇੰਟ ਹੈਗਾ ਜੀ, ਉਹ ਹੈਗਾ ਗਾ ਸ਼ਹਿਰੀ ਲੋਕਾਂ ਦਾ ਸਰੋਕਾਰ ਨਾ ਹੋਣਾ। ਸ਼ਹਿਰੀ ਲੋਕਾਂ ਦਾ ਸਰੋਕਾਰ ਨਾ ਹੋਣਾ, ਸ਼ਹਿਰੀ ਲੋਕਾਂ ਦਾ ਸਰੋਕਾਰ ਨਾ ਹੋਣਾ। ਸਰੋਕਾਰ ਨਾ ਹੋਣਾ। ਨੈਕਸਟ ਜਿਹੜਾ ਦੇਖੋ ਇਹ ਪੁਆਇੰਟ ਸੀਗਾ ਆਪਣੇ ਕੋਲੇ ਜੀ, ਇੱਕ ਖਾਮੀਆਂ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲ ਰਿਹਾ ਹੈਗਾ, ਕਹਿੰਦੇ ਸ਼ਹਿਰੀ ਲੋਕਾਂ ਦਾ ਸਰੋਕਾਰ ਨਾ ਹੋਣਾ। ਸਰੋਕਾਰ ਹੁੰਦੇ ਆ ਸੰਬੰਧ ਨਾ ਹੋਣਾ ਉਹਨਾਂ ਦੇ ਨਾਲ, ਸ਼ਹਿਰੀ ਲੋਕਾਂ ਦੇ ਨਾਲ। ਹੁਣ ਨਈ ਤਾਲੀਮ ਦੀ ਜਿਹੜੀ ਐਜੂਕੇਸ਼ਨ ਸੀਗੀ ਉਹ ਤਾਂ ਇੱਕ ਬੇਸਿਕ ਸਿੱਖਿਆ ਸੀਗੀ, ਤਾਂ ਬੇਸਿਕ ਸਿੱਖਿਆ ਦੇ ਵਿੱਚ ਗਾਂਧੀ ਜੀ ਨੇ ਸਿਰਫ ਇੱਕ ਕਿਰਿਆਤਮਕ ਪੱਖ ਨੂੰ ਵੀ ਇੰਪੋਰਟੈਂਸ ਦਿੱਤੀ। ਪਰ ਅੱਜ ਆਪਾਂ ਦੇਖ ਲਈਏ ਜਿਹੜੇ ਵਿਦਿਆਰਥੀ ਜਾਂ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਲੋਕ ਹੈਗੇ ਨੇ, ਉਹ ਕੀ ਕਰ ਰਹੇ ਨੇ, ਆਪਣੇ ਬੱਚਿਆਂ ਨੂੰ ਬੇਸਿਕ ਐਜੂਕੇਸ਼ਨ ਇਹੋ ਜਿਹੀ ਦੇ ਰਹੇ ਹਨ ਜਿਹੜੇ ਇੱਕ ਸਿੱਖਿਆ ਦੇ ਵਿੱਚ ਮਨੁੱਖ ਦੇ ਨਾਲ ਜੋ ਤਿੰਨ ਪ੍ਰਕਿਰਤੀ ਪਹਿਲੂ ਜੁੜੇ ਹੋਏ ਹਨ ਉਹਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਕਿਵੇਂ, ਭਾਵਨਾਤਮਕ ਤੌਰ ਤੇ, ਬੌਧਿਆਤਮਕ ਤੌਰ ਤੇ, ਕਿਰਿਆਤਮਕ ਰੂਪ ਦੇ ਵਿੱਚ। ਜਿੱਥੇ ਇਹ ਬੇਸਿਕ ਐਜੂਕੇਸ਼ਨ ਦੇ ਵਿੱਚ ਇਹ ਰੋਲ ਨਿਭਾਉਣਗੇ, ਉੱਥੇ ਨੋ ਡਾਊਟ ਕਿਤੇ ਨਾ ਕਿਤੇ ਸ਼ਹਿਰੀ ਲੋਕ ਹੈਗੇ ਨੇ ਜਿਹੜੇ ਉਹ ਇਹਨਾਂ ਦਾ ਇੱਕ ਨਈ ਤਾਲੀਮ ਦੇ ਨਾਲ ਇਹਨਾਂ ਦਾ ਕੋਈ ਸਰੋਕਾਰ ਨਹੀਂ ਹੈ। ਦੇਖੋ ਸਰੋਕਾਰ ਦਾ ਸ਼ਬਦ ਹੈਗਾ, ਉਹਨੂੰ ਕਹਿੰਦੇ ਨੇ ਆਪਾਂ ਇਹਨਾਂ ਦੇ ਨਾਲ ਸੰਬੰਧ ਦੀ ਗੱਲ ਹੋ ਰਹੀ ਹੈ ਵੀ ਅਸੀਂ ਇਹਨਾਂ ਦੇ ਨਾਲ ਜਿਹੜਾ ਹੈਗਾ ਸੰਬੰਧ ਜਿਹੜਾ ਕੋਈ ਨਹੀਂ ਪਾਇਆ ਜਾ ਰਿਹਾ। ਤਾਂ ਸ਼ਹਿਰਾਂ ਦੇ ਵਿੱਚ ਜਿਹੜੇ ਲੋਕ ਹੈਗੇ ਨੇ ਉਹ ਕਿਤੇ ਨਾ ਕਿਤੇ ਆਪਣੇ ਬੱਚਿਆਂ ਦੇ ਲਈ ਜੋ ਇੱਕ ਐਜੂਕੇਸ਼ਨ ਨੂੰ ਆਲ ਰਾਊਂਡ ਡਿਵੈਲਪਮੈਂਟ ਬੱਚਿਆਂ ਦੇ ਵਿੱਚ ਲੈ ਕੇ ਆਉਂਦੀ ਹੈ, ਤਾਂ ਉੱਥੇ ਉਹ ਕੀ ਕਰਦੇ ਹਨ, ਪ੍ਰੀਫਰ ਕਰਦੇ ਹਨ, ਉੱਥੇ ਉਹ ਪ੍ਰਾਥਮਿਕਤਾ ਲੈ ਕੇ ਆਉਂਦੇ ਹਨ ਕਿ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਵਿੱਚ ਸ਼ਾਮਲ ਕਰਨਾ ਹੈ। ਤਾਂ ਸਾਡੇ ਬੱਚੇ ਦੀਆਂ ਜਿਹੜੀਆਂ ਮਨੋਵਿਗਿਆਨਕ ਗਤੀਵਿਧੀਆਂ ਹਨ ਉਹ ਕਿਤੇ ਨਾ ਕਿਤੇ ਇੱਕ ਸਿੱਖਿਆ ਦੇ ਵਿੱਚ ਅਧੂਰੀਆਂ ਨਾ ਰਹਿ ਜਾਣ। ਇਸ ਕਰਕੇ ਉਹਨਾਂ ਨੇ ਨਈ ਤਾਲੀਮ ਦੇ ਨਾਲ ਉਹਨਾਂ ਨੇ ਕੋਈ ਆਪਣਾ ਸਰੋਕਾਰ ਹੀ ਨਹੀਂ ਦਿਖਾਇਆ। ਔਰ ਲਾਸਟ ਤੇ ਆਪਣੇ ਕੋਲ ਕੀ ਹੈਗਾ ਜੀ, ਸਿੱਟਾ। ਨਈ ਤਾਲੀਮ ਦੀ ਜਿਹੜੀ ਕਮੀਆਂ ਹਨ ਜਾਂ ਡੀਮੈਰਿਟਸ ਹੈਗੀਆਂ ਹਨ ਜਾਂ ਖਾਮੀਆਂ ਹਨ, ਉਹਨਾਂ ਦਾ ਜਿਹੜਾ ਸਿੱਟਾ ਜਿਹੜਾ ਹੈਗਾ ਅਸੀਂ ਇਹ ਕਹਿ ਸਕਦੇ ਹਾਂ ਕਿ ਉਪਰੋਕਤ ਇੱਕ ਜਿਹੜੀਆਂ ਅਸੀਂ ਨਈ ਤਾਲੀਮ ਦੀਆਂ ਖਾਮੀਆਂ ਬਾਰੇ ਜੋ ਅਸੀਂ ਇੱਕ ਵੱਖ-ਵੱਖ ਸਬ ਪੁਆਇੰਟਸ ਦੇ ਨਾਲ ਜੋ ਆਪਾਂ ਇਸ ਨੂੰ ਡਿਸਕਸ ਕੀਤਾ ਹੈਗਾ ਵੀ ਆਪਾਂ ਕਹਿੰਦਾ ਵੀ ਇਹ ਇਕੱਲੇ ਹੁਨਰ ਦੇ ਉੱਤੇ ਨਿਰਭਰ ਸੀਗਾ ਜੀ, ਜਾਂ ਆਪਾਂ ਕਹਿੰਦਾ ਇੱਕ ਇਹਨਾਂ ਦੇ ਵਿੱਚ ਸਵੈ ਸਹਾਇਕ ਪੱਖ ਦੀ ਕੀ ਹੋ ਰਹੀ ਸੀ, ਆਲੋਚਨਾ ਹੋ ਰਹੀ ਸੀ। ਤਾਂ ਉਸ ਆਲੋਚਨਾ ਦੇ ਵਿੱਚ ਆਪਾਂ ਉਹਦੀ ਤਰੁੱਟੀਆਂ ਦੇਖੀਆਂ, ਤਾਂ ਹੀ ਆਪਾਂ ਆਲੋਚਨਾ ਦਾ ਰੂਪ ਦੇਖਿਆ। ਉਸ ਤੋਂ ਬਾਅਦ ਆਪਾਂ ਕੀਤਾ ਕਿ ਮਨੋਵਿਗਿਆਨਕ ਜਿਹੜਾ ਆਧਾਰ ਸੀਗਾ ਉਹ ਕੀ ਸੀਗਾ, ਕਮਜ਼ੋਰ ਸੀਗਾ। ਮਤਲਬ ਬੱਚੇ ਦੀ ਜੋ ਇੱਕ ਸੋਚ ਸੀਗੀ, ਸਿੱਖਿਆ ਨੇ ਸ਼ਾਮਿਲ ਕਰਨਾ ਸੀਗਾ, ਉਸ ਸੋਚ ਨੂੰ ਬਣਾਉਣਾ ਸੀ, ਏਮ ਲੈ ਕੇ ਆਉਣਾ ਸੀ, ਪਰ ਕਿਤੇ ਨਾ ਕਿਤੇ ਉਸ ਦੇ ਵਿੱਚ ਜਿਹੜੀ ਕਮੀ ਹੈਗੀ ਹੈ, ਖਾਮੀ ਜਿਹੜੀ ਹੈਗੀ ਹੈ, ਉਹ ਸਾਨੂੰ ਵੇਖਣ ਨੂੰ ਮਿਲੀ ਹੈਗੀ ਹੈ ਇੱਕ ਮਨੋਵਿਗਿਆਨਕ ਰੂਪ ਦੇ ਵਿੱਚ। ਫਿਰ ਆਪਾਂ ਕਹਿੰਦਾ ਵੀ ਇਹ ਉਦਯੋਗੀਕਰਨ ਤੇ ਤਕਨਾਲੋਜੀ ਦੇ ਨਾਲ ਕੀ ਹੈਗਾ
ਵਿੱਚ ਸ਼ਾਮਲ ਹੀ ਨਹੀਂ ਹੋਊਗੀ। ਤਾਂ ਲਾਸਟ ਦੇ ਉੱਤੇ ਆਪਾਂ ਡਿਸਕਸ ਕੀਤਾ ਕਿ ਸ਼ਹਿਰੀ ਲੋਕਾਂ ਦਾ ਤੇ ਸਰਵਕਾਰ ਦਾ ਸੰਬੰਧ ਨਾ ਹੋਣਾ। ਸ਼ਹਿਰੀ ਲੋਕ ਜਿਹੜੇ ਹੈਗੇ ਨੇ ਉਹਨਾਂ ਦਾ ਜਿਹੜਾ ਜੀਵਨ ਹੈਗਾ ਉਹ ਟੈਕਨੋਲੋਜੀ ਔਰ ਉਦਯੋਗੀਕਰਨ ਔਰ ਬੱਚੇ ਦੀ ਜਿਹੜੀਆਂ ਤਿੰਨ ਪਹਿਲੂ ਪੱਖ ਹੈਗੇ ਨੇ ਪ੍ਰਕਿਰਤੀ ਦੇ ਰੂਪ ਦੇ ਵਿੱਚ ਉਹਨਾਂ ਨੇ ਸ਼ਾਮਲ ਕੀਤਾ ਹੈ। ਤਾਂ ਇਹਨਾਂ ਸ਼ਾਮਲ ਹੋਣ ਦੇ ਨਾਲ ਹੀ ਸ਼ਹਿਰੀਕਰਨ ਨੇ ਕੀ ਕੀਤਾ, ਸ਼ਹਿਰ ਦੇ ਲੋਕਾਂ ਨੇ ਇਸ ਨੂੰ ਨਕਾਰਿਆ ਹੈ। ਇਸ ਪਾਲਿਸੀ ਦਾ ਕਿਤੇ ਨਾ ਕਿਤੇ ਕਮੀਆਂ ਕੱਢੀਆਂ ਹਨ। ਡੀਮੈਰਿਟਸ ਐਂਡ ਡਰਾਬੈਕਸ ਜਿਹੜੇ ਹੈਗੇ ਨੇ ਉਹ ਇਸ ਦੇ ਵਿੱਚ ਆਪਾਂ ਵੱਖ-ਵੱਖ ਪੁਆਇੰਟਸ ਦੇ ਨਾਲ ਆਪਾਂ ਡਿਫਰੈਂਟ ਪੁਆਇੰਟਸ ਦੇ ਨਾਲ ਆਪਾਂ ਇਸ ਨੂੰ ਡਿਸਕਸ ਕੀਤਾ ਹੈ। ਐਟ ਲੀਸਟ ਆਪਾਂ ਕਨਕਲੂਜਨ ਵੀ ਆਪਾਂ ਡਿਸਕਸ ਕਰ ਲਿਆ। ਨੈਕਸਟ ਟੌਪਿਕ ਦੇ ਵਿੱਚ ਜਿਹੜਾ ਆਪਣੇ ਕੋਲੇ ਆਪਾਂ ਨਈ ਤਾਲੀਮ ਤੋਂ ਬਾਅਦ ਜਿਹੜਾ ਹੈਗਾ ਕਿ ਕਾਰਜੀ ਸਿੱਖਿਆ, ਮਤਲਬ ਕਾਰਜੀ ਸਿੱਖਿਆ ਕਿਰਿਆਤਮਕ ਇੱਕ ਸਿੱਖਿਆ ਜਿਹੜੀ ਹੈਗੀ ਹੈ ਅਤੇ ਇਸ ਦੀ ਕਹਿੰਦੇ ਪ੍ਰਸੰਗਿਕਤਾ ਜਿਹੜੀ ਰੈਲੇਵੈਂਸ ਹੈਗੀ ਹੈ ਉਸ ਨੂੰ ਆਪਾਂ ਨੈਕਸਟ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਥੈਂਕ ਯੂ।